ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਹੀ ਬਲਦੇਵ ਸਿੰਘ ਵਿਰਦੀ। ਅੱਜ ਆਪਾਂ ਡਿਸਕਸ ਕਰਾਂਗੇ ਵੀ 5.5 ਜਿਨ੍ਹਾਂ ਦੇ ਇੱਕ ਬੈਂਡ ਚੋਂ ਰਹਿ ਜਾਂਦੇ ਹੈਗੇ ਉਹਨਾਂ ਲਈ ਜਿਹੜੀਆਂ ਬੈਸਟ ਆਪਸ਼ਨਸ ਹੈਗੀਆਂ ਕਿਹੜੀਆਂ ਹੈਗੀਆਂ। 6 ਅਗਰ ਓਵਰਆਲ ਲੈਂਦੇ ਆ, 5.5 ਇੱਕ ਚੋਂ ਰਹਿ ਜਾਂਦੇ ਹੈ ਰਾਈਟ। ਅੱਛਾ ਆਪਾਂ ਲੋਕੇਸ਼ਨਸ ਦੀ ਵੀ ਗੱਲ ਕਰਦੇ ਹਾਂ, ਨਾਲ ਲੋਕੇਸ਼ਨਸ ਵੀ ਦੇਖਾਂਗੇ ਜੇ, ਕਿਉਂਕਿ ਮੈਕਸਿਮਮ ਆਪਣੀ ਡਿਮਾਂਡ ਰਹਿੰਦੀ ਹੈ ਟੋਰਾਂਟੋ ਦੀ ਹੋਗੀ ਰਾਈਟ ਜਾਂ ਵੈਨਕੂਵਰ ਦੀ। तो वैनकूवर एंड टोरंटो ਦੇ ਵਿੱਚ ਜਿਹੜੇ ਅੱਛੀ ਆਪਸ਼ਨ ਜਿਹਦੀ ਆਪਾਂ ਗੱਲ ਕਰਦੇ ਹੈਗੇ ਆ ਯੈਸ ਵੀ ਇੱਕ ਤਾਂ ਡਿਗਰੀ ਵੀ ਆਪਾਂ ਨੂੰ ਮਿਲ ਜਾਏ, ਬਹੁਤ ਜ਼ਿਆਦਾ ਆਪਾਂ ਨੂੰ ਟਫ ਵੀ ਨਾ ਹੋਏ, ਇੰਡੀਅਨ ਸਟੈਂਡਰਡ ਦੇ ਅਕੋਰਡਿੰਗਲੀ ਮੈਚ ਵੀ ਕਰਦਾ ਹੋਵੇ, ਆਪਾਂ ਨੂੰ ਐਸਾ ਵੀ ਨਾ ਲੱਗੇ ਵੀ ਯੈਸ ਵੀ ਅਸੀਂ ਬਹੁਤ ਜ਼ਿਆਦਾ ਕਿਤੇ ਟਫ ਸਿਚੁਏਸ਼ਨ 'ਚ ਆ ਗਏ ਹਾਂ ਜਾਂ ਸਾਨੂੰ ਪੜ੍ਹਾਈ ਕਿਤੇ ਡ੍ਰੌਪ ਕਰਨੀ ਪੈ ਰਹੀ ਹੈ। ਬਟ ਅਗਰ ਮਾइंड सेट ਹੈਗਾ ਵੀ ਡਿਗਰੀ ਕਰਨੀ ਹੈ और उसी जगह से सैटल होना है, टोरंटो से सैटल होना है, वैनकूवर से सैटल होना है, क्योंकि नो डाउट ਜਿਹੜੇ ਆਪਣੇ ਬੱਚੇ ਹੈ ਮੈਕਸਿਮਮ ਡਿਪਲੋਮੇਸ ਲਈ ਜਾ ਰਹੇ ਹੈਗੇ ਹੈ। ਟੋਰੰਟੋ ਦੇ ਵਿੱਚ ਡਿਪਲੋਮੇ ਨਾਲ ਸੈਟਲ ਹੋਣਾ ਇਜ਼ ਨੈਕਸਟ ਟੂ ਇੰਪੋਸੀਬਲ ਹੈ, ਸਪੈਸ਼ਲੀ ਫॉर ਆਫਟਰ +2। ਸੋ +2 ਤੋਂ ਬਾਅਦ ਜਿਹੜੇ ਬੱਚੇ ਡਿਪਲੋਮਾ ਕੋਰਸਸ ਲਈ ਜਾ ਰਹੇ ਹੈਗੇ ਹੈ, ਆਲਦੋ ਉੱਥੇ ਵਰਕ ਪਰਮਿਟ ਵੀ ਮਿਲ ਜਾਂਦਾ ਹੈ, 2 ਸਾਲ ਦੀ ਪੜ੍ਹਾਈ ਵੀ ਆਪਣੀ ਹੋ ਜਾਂਦੀ ਹੈ। ਬਟ ਅੱਜ ਕੱਲ੍ਹ ਜੋ ਪੁਆਇੰਟਸ ਚੱਲ ਰਹੇ ਹੈ ਕੈਨੇਡੀਅਨ ਐਕਸਪੀਰੀਅੰਸ ਵੀ ਪੁਆਇੰਟਸ ਜੋ ਚੱਲ ਰਹੇ ਹੈਗੇ ਹੈ, तो डिप्लोमे ਦੇ ਨਾਲ ਪੂਰੇ ਹੋਣ ਵਾਲੇ ਨਹੀਂ। ਉਹਦੇ ਲਈ ਕੀ ਜ਼ਰੂਰਤ ਹੈਗੀ ਹੈ, ਜਾਂ ਤਾਂ ਇਹ ਹੈਗੇ ਵੀ ਯੈਸ ਆਪਾਂ ਡਿਗਰੀ ਕਰੀਏ ਇਹਨਾਂ ਲੋਕੇਸ਼ਨਸ ਦੇ ਵਿੱਚ ਅਗਰ ਆਪਾਂ ਰਹਿਣਾ ਚਾਹੁੰਦੇ ਹੈਗੇ ਆ, ਕਿਉਂਕਿ ਹਰੇਕ ਪੰਜਾਬੀ ਜਿਹੜਾ ਚਾਹੁੰਦਾ ਹੈ ਕਿ ਮੈਂ ਟੋਰਾਂਟੋ ਜਾਂ ਵੈਨਕੂਵਰ ਦੇ ਵਿੱਚ ਸੈਟਲ ਹੋਵਾਂ, ਉੱਥੇ ਹੀ ਰਵਾਂ। ਬਹੁਤ ਸਾਰੇ ਆਪਣੇ ਸਟੂਡੈਂਟ ਜਿਹੜੇ ਹੈਗੇ ਆ ਨੋਵਾ ਸਕੋਸ਼ੀਆ ਜਾਂ ਜਿਹੜੀਆਂ ਸਮਾਲ ਪਲੇਸਸ ਹੈਗੀਆਂ ਉੱਥੇ ਗਏ ਹੈਗੇ ਆ, ਬਟ ਉੱਥੇ ਉਹ ਸਰਵਾਈਵ ਨਹੀਂ ਕਰ ਪਾਉਂਦੇ, ਫਿਰ ਉਹ ਵਾਪਸ ਇੰਨੇ ਲੋਕੇਸ਼ਨਾਂ 'ਚ ਹੀ ਆਉਂਦੇ ਹੈਗੇ। ਥੋੜਾ ਜਿਹਾ ਗੌਰ ਕਰਨਾ ਹੈਗਾ ਵੀ ਇਹਨਾਂ ਦੇ ਕੀ ਪੁਆਇੰਟਸ ਹੈਗੇ ਆ, ਤੇ ਜਦੋਂ ਵੀ ਕੋਈ ਡਿਸੀਜਨ ਮੇਕਿੰਗ ਕਰਨੀ ਹੈ ਉਹਨਾਂ ਨੂੰ ਆਪਾਂ ਮੱਦੇਨਜ਼ਰ ਰੱਖਦੇ ਹੋਏ ਸਾਰਾ ਆਪਣਾ ਡਿਸੀਜਨ ਲੈਣਾ ਹੈਗਾ। ਸੋ ਨੰਬਰ 1 ਆਪਾਂ ਅੱਜ ਗੱਲ ਕਰ ਰਹੇ ਹਾਂ ਵੀ ਜੇ 5.5 ਹੈਗੇ ਆ ਜਾਂ 6 ਓਵਰਆਲ ਹੈਗੇ ਜਾਂ 6.5 ਓਵਰਆਲ ਹੈਗੇ ਆ, ਤਾਂ ਆਲਦੋ ਇਹਨਾਂ ਦੀ ਐਲੀਜੀਬਿਲਟੀ ਜਿਹੜੀ 6.5 ਚਾਹੀਦੀ ਹੈਗੀ ਹੈ, ਬਟ ਫਿਰ ਵੀ ਕਿਸੇ ਨਾ ਕਿਸੇ ਮੋਡਿਊਲ 'ਚੋਂ ਅਗਰ ਤੁਹਾਡੇ 5.5 ਹੈਗੇ ਆ ਤੇ ਇਹ ਯੂਨੀਵਰਸਿਟੀਆਂ ਤੁਹਾਨੂੰ ਵੈਲਕਮ ਕਰਦੀਆਂ ਹੈਗੀਆਂ। ਜਿਸ 'ਚ ਪਹਿਲੀ ਯੂਨੀਵਰਸਿਟੀ ਆਪਾਂ ਅੱਜ ਡਿਸਕਸ ਕਰਾਂਗੇ ਯਾਰਕਵਿਲੇ। ਯਾਰਕਵਿਲੇ ਮੈਂ ਖੁਦ ਯੂਨੀਵਰਸਿਟੀ ਵਿਜ਼ਿਟ ਕੀਤੀ ਹੋਈ ਹੈ, ਬਹੁਤ ਪੁਰਾਣੀ ਯੂਨੀਵਰਸਿਟੀ ਹੈਗੀ ਹੈ। ਡਿਸਟੈਂਸ ਐਜੂਕੇਸ਼ਨ ਜਿਸ ਤਰ੍ਹਾਂ ਇੱਥੇ ਇੰਡੀਆ ਦੇ ਵਿੱਚ PTU ਲਵਲੀ ਯੂਨੀਵਰਸਿਟੀ ਜਿਸ ਤਰ੍ਹਾਂ ਦੀ ਹੈਗੀ ਹੈ, ਉਸ ਤਰ੍ਹਾਂ ਦੀ ਹੀ ਯਾਰਕਵਿਲੇ ਜਿਹੜੀ ਹੈ ਕੈਨੇਡਾ ਦੇ ਵਿੱਚ ਮੋਸਟ ਪਪੂਲਰ ਯੂਨੀਵਰਸਿਟੀ ਹੈ। ਡਿਸਟੈਂਸ ਜਿਹੜੀ ਐਜੂਕੇਸ਼ਨ ਦੀ ਉਹ ਐਜੂਕੇਸ਼ਨ ਇੱਥੋਂ ਪ੍ਰੋਵਾਈਡ ਕਰਦੇ ਹੈ। ਜਿਸ ਤਰ੍ਹਾਂ ਆਪਾਂ ਕਹਿ ਰਹੇ ਵੀ ਇਸ ਪੰਜਾਬ ਦੇ ਵਿੱਚ ਲਵਲੀ ਯੂਨੀਵਰਸਿਟੀ ਹੈ ਜਾਂ PTU ਯੂਨੀਵਰਸਿਟੀ, ਜਿਨ੍ਹਾਂ ਦਾ ਨੈਟਵਰਕ ਬਹੁਤ ਜ਼ਿਆਦਾ ਹੈਗਾ, ਬਹੁਤ ਸਾਰੇ ਬੱਚੇ ਜਿਹੜੇ ਇਹਦਾ ਫਾਇਦਾ ਵੀ ਲੈ ਰਹੇ ਹੈਗੇ। ਇਸ ਤਰ੍ਹਾਂ ਦੇ ਐਡਵਾਂਟੇਜ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਵੀ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਇਹ ਯੂਨੀਵਰਸਿਟੀਆਂ ਪ੍ਰੋਵਾਈਡ ਕਰ ਰਹੀਆਂ ਹੈਗੀ। ਯਾਰਕਵਿਲੇ ਜਿਹਦਾ ਨਾਮ ਬਹੁਤ ਪੁਰਾਣੀ ਯੂਨੀਵਰਸਿਟੀ ਹੈ, ਅਗਰ ਤੁਸੀਂ ਇਹਦੀ ਪੂਰੀ ਫਾਊਂਡੇਸ਼ਨ ਵਗੈਰਾ ਦੇਖੋਗੇ ਤਾਂ ਬੜੀ ਓਲਡ ਯੂਨੀਵਰਸਿਟੀ ਹੈਗੀ ਹੈ। ਹਰੇਕ ਏਜ ਦਾ ਜਿਹੜਾ ਪਰਸਨ ਹੈਗਾ ਉੱਥੇ ਤੁਹਾਨੂੰ ਮਿਲੇਗਾ, ਯਾਨੀ ਕਿ ਜਿਹੜੀ ਆਪਣੀ ਪ੍ਰੋਫੈਸ਼ਨਲ ਗ੍ਰੇਡ ਜਿਹੜੀ ਅਪਗ੍ਰੇਡ ਕਰ ਰਹੇ ਹੈਗੇ ਆ। ਸੋ ਇਸ ਦੀ ਆਪਾਂ ਦੇਖੀਏ ਬਹੁਤ ਹੀ ਬੈਨੀਫਿਟ ਹੈਗੇ। ਜਿਹੜੀ ਆਪਾਂ ਡਿਸਕਸ ਕਰਨ ਵਾਲੀ ਗੱਲ ਹੈਗੀ ਵੀ ਯੈਸ ਜੇ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈਗਾ ਨਾ, ਉਹ ਕਹਿੰਦਾ ਵੀ ਡਿਗਰੀ ਕਰੋ, ਕਿਸੇ ਵੀ ਯੂਨੀਵਰਸਿਟੀ ਦੀ ਤੁਹਾਨੂੰ ਡਿਗਰੀ ਹੋਣੀ ਚਾਹੀਦੀ ਹੈਗੀ ਹੈ। ਸੋ ਉਸ ਡਿਗਰੀ ਦੇ ਪੁਆਇੰਟਸ ਮਿਲਦੇ ਆਪਾਂ ਨੂੰ। ਅਗਰ ਉਹ ਡਿਗਰੀ ਆਪਾਂ 99% ਨਾਲ ਵੀ ਪਾਸ ਕੀਤੀ ਤਾਂ ਵੀ ਸੇਮ ਪੁਆਇੰਟ ਹੈਗੇ ਆ, ਅਗਰ ਉਹ ਆਪਾਂ ਪਾਸਿੰਗ ਮਾਰਕ ਨਾਲ ਪੁਆਇੰਟ ਕੀਤੀ ਤਾਂ ਵੀ ਆਪਣੇ ਸੇਮ ਪੁਆਇੰਟ ਹੈਗੇ ਆ। ਇਹ ਇੱਕ ਉਸ ਕੰਟਰੀ ਦਾ ਫਲॉ ਸਮਝ ਲਓ ਜਾਂ ਇੱਕ ਐਡਵਾਂਟੇਜ ਸਮਝ ਲਓ। ਇਹ ਬਹੁਤ ਵੱਡਾ ਐਡਵਾਂਟੇਜ ਹੈਗਾ ਵੀ ਕਿਤੋਂ ਵੀ ਆਪਾਂ ਡਿਗਰੀ ਕੀਤੀ, ਉਸ ਡਿਗਰੀ ਦੇ ਜਿਹੜੇ ਆਪਾਂ ਨੂੰ ਪੁਆਇੰਟਸ ਮਿਲ ਜਾਣੇ, ਕਿੰਨੇ ਵੀ ਪਰਸੈਂਟਸ ਕੀਤੀ ਹੈ ਤਾਂ ਵੀ ਆਪਾਂ ਨੂੰ ਉਹਦੇ ਜਿਹੜੇ ਪਾਸਿੰਗ ਜਿਹੜੀ ਹੈਗੀ ਹੈ ਪਾਸ ਕਰ ਲਈ ਹੈਗੀ ਤਾਂ ਦੈਨ ਉਹਦੇ ਮਾਰਕਸ ਮਿਲ ਜਾਣੇ ਆ। ਅਗਰ 99% ਵਾਲਾ ਬੱਚਾ ਅਗਰ ਦੇਖੀਏ ਉਹਦੇ ਵੀ ਉਨੇ ਪੁਆਇੰਟਸ ਹੈਗੇ ਆ। ਅਗਰ ਆਪਾਂ 50% ਬੱਚਾ ਜਿਹੜਾ ਮਾਰਕਸ ਲੈ ਕੇ ਪਾਸ ਕਰ ਰਿਹਾ ਉਹਦੇ ਵੀ ਇਮੀਗ੍ਰੇਸ਼ਨ ਪੁਆਇੰਟ ਜਿਹੜੇ ਉਨੇ ਹੀ ਮਿਲਦੇ ਹੈਗੇ। ਸੋ ਇੱਕ ਬਹੁਤ ਵੱਡਾ ਐਡਵਾਂਟੇਜ ਹੈਗਾ ਡਿਗਰੀ ਕਰਨ ਦਾ। ਹੁਣ ਡਿਗਰੀ ਇੱਥੇ ਕਿਉਂ ਕਰਨੀ ਚਾਹੀਦੀ, ਇਹ ਵੀ ਆਪਾਂ ਸਾਰੀ ਚੀਜ਼ਾਂ ਦੇਖਣੀਆਂ ਵੀ ਇੱਥੇ ਐਡਵਾਂਟੇਜ ਕੀ ਮਿਲਦੇ ਹੈਗੇ ਆ ਔਰ ਕਿਹੜੇ ਐਡਵਾਂਟੇਜ ਹੈਗੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀਗਾ ਵੀ ਯੈਸ ਇਹਦੀ ਕੋਈ ਐਪਲੀਕੇਸ਼ਨ ਫੀਸ ਅਵੇਲੇਬਲ ਨਹੀਂ ਹੈਗੀ, ਇਸ ਟਾਈਮ ਕੋਈ ਐਪਲੀਕੇਸ਼ਨ ਫੀਸ ਨਹੀਂ ਹੈਗੀ ਔਰ ਇਹਨੂੰ ਆਪਾਂ ਜਨਵਰੀ ਇਨਟੇਕ ਇਸ ਟਾਈਮ ਇਮੀਡੀਏਟਲੀ ਅਪਲਾਈ ਕਰ ਸਕਦੇ ਹੈਗੇ ਆ। ਸੋ ਇਹ 'ਚ ਅੱਗੇ ਹੋਰ ਦੇਖੀ ਤੇ 10,000 ਸਕਾਲਰਸ਼ਿਪ 10,000 ਕੈਨੇਡੀਅਨ ਡਾਲਰ ਇਹ ਜਿਹੜੀ ਯੂਨੀਵਰਸਿਟੀ ਹੈ ਸਕਾਲਰਸ਼ਿਪ ਵੀ ਦੇ ਰਹੀ ਹੈ। ਟੋਰਾਂਟੋ ਤੇ ਵੈਨਕੂਵਰ 'ਚ ਇਹਨਾਂ ਦੇ ਕੈਂਪਸ ਹੈ। ਮੈਂ ਦੋਨੋਂ ਕੈਂਪਸ ਪਰਸਨਲੀ ਵਿਜ਼ਿਟ ਕੀਤੇ ਹੋਏ ਹੈ। ਸਪੈਸ਼ਲੀ ਇਹ ਦੋਨੋਂ ਕੈਂਪਸ ਜਿਹੜੇ ਆ ਆਲਦੋ ਸਾਈਜ਼ ਵਾਈਜ਼ ਬਹੁਤ ਜ਼ਿਆਦਾ ਵੱਡੇ ਨਹੀਂ, ਬਟ ਅਗਰ ਫੀਚਰਸ ਇਹਨਾਂ ਦੇਖੀਏ ਬਹੁਤ ਅੱਛੇ। ਕਿਹੜੇ ਫੀਚਰਸ ਹੈਗੇ ਆ। ਆਫਰ ਲੈਟਰ ਜਿਹੜੀ 3 ਜਾਂ 5 ਦਿਨਾਂ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ, ਕੋਈ ਟੈਨਸ਼ਨ ਨਹੀਂ ਹੈਗੀ। ਇਹੀ ਇਕੱਲੀ ਇੱਕ ਯੂਨੀਵਰਸਿਟੀ ਹੈ ਜਿਹਦੀ ਆਪਾਂ ਡਿਗਰੀ ਜਿਹੜੀ ਹੈ 2.5 ਸਾਲ ਦੇ ਵਿੱਚ ਵੀ ਕੰਪਲੀਟ ਕਰ ਲੈਂਦੇ ਹਾਂ। ਆਲਦੋ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਡਿਗਰੀਆਂ ਹੈਗੀਆਂ 4 ਸਾਲ ਦੀਆਂ ਡਿਗਰੀਆਂ ਹੈਗੀਆਂ, 4 ਸਾਲ ਤੋਂ ਪਹਿਲਾਂ ਕੋਈ ਕੰਪਲੀਟ ਨਹੀਂ ਹੁੰਦੀ। ਬਟ ਇਹ ਇੱਕ ਐਸੀ ਪ੍ਰਿਵਿਲੇਜ ਦਿੰਦੀ ਹੈਗੀ ਹੈ ਵੀ ਕਿ ਤੁਸੀਂ ਜਿਹੜੇ ਸਮੈਸਟਰ ਹੈਗੇ 8 ਸਮੈਸਟਰ ਇਹਦੇ ਬਣਦੇ 4 ਸਾਲਾਂ ਦੇ ਵਿੱਚ, ਯਾਨੀ ਕਿ 1 ਸਾਲ ਦੇ ਵਿੱਚ 2 ਸਮੈਸਟਰ, ਬਟ ਇਹ ਯੂਨੀਵਰਸਿਟੀ ਤੁਹਾਨੂੰ 1 ਸਾਲ ਦੇ ਵਿੱਚ 3 ਸਮੈਸਟਰ ਵੀ ਕਰਵਾ ਦਿੰਦੀ ਹੈ। ਸੋ 3 ਸਮੈਸਟਰ ਅਗਰ ਪਹਿਲੇ ਸਾਲ ਕਰਦੇ ਹਾਂ, 3 ਸਮੈਸਟਰ ਅਗਰ ਦੂਸਰੇ ਸਾਲ ਕਰਦੇ ਹਾਂ, 2 ਸਮੈਸਟਰ ਆਪਾਂ ਲਾਸਟ 6 ਮੰਥ ਵਿੱਚ ਕਰ ਲੈਂਦੇ ਹਾਂ, 3 ਮਹੀਨੇ ਦਾ ਸਮੈਸਟਰ ਹੁੰਦਾ ਹੈਗਾ। ਸੋ 2.5 ਸਾਲ ਦੇ ਵਿੱਚ ਆਪਾਂ ਡਿਗਰੀ ਜਿਹੜੀ ਕੰਪਲੀਟ ਕਰ ਲੈਣੀ। ਜੇ ਅਗਰ
ਬੱਚਾ ਓਕੇ ਵੀ ਹੈਗਾ, ਜਿਹੜਾ ਠੀਕ ਠਾਕ ਹੈਗਾ, ਉਹ ਵੀ 2.5 ਸਾਲ ਦੇ ਵਿੱਚ ਡਿਗਰੀ ਕਰਕੇ ਇੱਥੋਂ ਬਾਹਰ ਆ ਜਾਂਦਾ ਹੈ। ਹੁਣ ਡਿਗਰੀ ਕਰਨ ਦੇ ਨਾਲ ਇਹ ਜਿਹੜੀ ਯੂਨੀਵਰਸਿਟੀ 2 ਜਾਂ 3 ਦਿਨ 2 ਦਿਨ ਹੀ ਮੈਕਸਿਮਮ ਹੀ ਲੱਗਦੀ ਹੈ ਵੀਕ ਦੇ ਵਿੱਚ, ਕਿਉਂਕਿ ਤੁਹਾਨੂੰ ਪੂਰਾ ਐਡਵਾਂਟੇਜ ਦਿੰਦੀ ਹੈ ਤੁਹਾਡੇ ਆਪਣੇ ਕੰਮਕਾਰ ਕਰਨ ਦਾ, ਤੁਹਾਡੀ ਪਲੇਸਮੈਂਟ ਕਰਾਉਣ ਦਾ ਵੀ ਐਡਵਾਂਟੇਜ ਦਿੰਦੀ ਹੈ। ਇੰਨੀ ਕੰਫਰਟੇਬਲ ਹੈਗੀ ਹੈ ਵੀ ਜਿਹੜੇ ਓਕੇ ਬੱਚੇ ਹੈਗੇ, ਜਿਹੜੇ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕੇ 50 ਤੋਂ ਲੈ ਕੇ 60-70% ਵਾਲੇ ਤੱਕ ਬੱਚੇ ਹੈਗੇ, ਜਿਹੜੇ ਕੰਫਰਟੇਬਲੀ ਕੈਨੇਡਾ ਦੀ ਲਾਈਫ ਨੂੰ ਇੰਜੋਏ ਵੀ ਕਰਨਾ ਚਾਹੁੰਦੇ ਆ, ਪੜ੍ਹਨਾ ਵੀ ਚਾਹੁੰਦੇ, ਡਿਗਰੀ ਵੀ ਲੈਣਾ ਚਾਹੁੰਦੇ, ਈਜ਼ੀ PR ਵੀ ਲੈਣਾ ਚਾਹੁੰਦੇ ਆ, ਐਂਡ PR ਲੈਣ ਲਈ ਕਿਤੇ ਆਊਟ ਸਿਟੀ 'ਚ ਵੀ ਆਊਟਸਕਰਟਸ ਵੀ ਮੂਵ ਨਹੀਂ ਹੋਣਾ ਚਾਹੁੰਦੇ। ਸੋ ਉਹਨਾਂ ਲਈ ਇਹ ਜਿਹੜੀ ਇੱਕ ਬੈਸਟ ਆਪਸ਼ਨ ਹੈਗੀ ਹੈ। ਬਹੁਤ ਸਾਰੇ ਬੱਚੇ ਮੈਂ ਐਸੇ ਦੇਖੇ ਜਿਹੜੇ ਪਹਿਲਾਂ ਕਹਿੰਦੇ ਇਸ ਯੂਨੀਵਰਸਿਟੀ 'ਚ ਅਸੀਂ ਨਹੀਂ ਪੜ੍ਹਨਾ, ਬਟ ਬਾਅਦ ਦੇ ਵਿੱਚ ਉਹ ਪਛਤਾਉਂਦੇ ਵੀ ਹੈਗੇ ਵੀ ਯੈਸ ਕਾਸ਼ ਅਸੀਂ ਇਸੇ ਯੂਨੀਵਰਸਿਟੀ 'ਚ ਪੜ੍ਹ ਲੈਂਦੇ, ਡਿਗਰੀ ਪ੍ਰਾਪਤ ਕਰ ਲੈਂਦੇ। ਅੱਜ ਦੀ ਡੇਟ ਦੇ ਵਿੱਚ ਡਿਪਲੋਮੇ ਤੋਂ ਬਾਅਦ ਸਾਨੂੰ ਕਿਤੇ ਹੋਰ ਛੋਟੇ ਸ਼ਹਿਰਾਂ ਵਿੱਚ ਮੂਵ ਨਾ ਹੋਣਾ ਪੈਂਦਾ PR ਲੈਣ ਵਾਸਤੇ। ਸੋ ਇਹ ਜਿਹੜੀ ਹੈਗੀ ਹੈ ਲੌਂਗ ਟਰਮ ਕੈਰੀਅਰ ਹੁੰਦਾ, ਲੌਂਗ ਟਰਮ ਕੈਰੀਅਰ ਨੂੰ ਦੇਖਦੇ ਹੋਏ ਆਪਣੇ ਡਿਸੀਜਨ ਜੇ ਲਓਗੇ ਤਾਂ ਇਹਨਾਂ ਯੂਨੀਵਰਸਿਟੀ 'ਚ ਪੜ੍ਹਨ ਦੇ ਵੀ ਬਹੁਤ ਐਡਵਾਂਟੇਜ ਹੈਗੇ। ਐਂਡ ਜਿਹੜਾ ਐਡਵਾਂਟੇਜ ਆਪਾਂ ਪਹਿਲਾਂ ਹੀ ਦੇਖਿਆ ਵੀ 5.5 ਵੀ ਅਗਰ ਇੱਕ ਬੈਂਡ 'ਚੋਂ ਰਹਿ ਜਾਂਦੇ ਤਾਂ ਵੀ ਇਹ ਯੂਨੀਵਰਸਿਟੀ ਜਿਹੜੀਆਂ ਤੁਹਾਡਾ ਵੈਲਕਮ ਕਰਦੀਆਂ ਹੈਗੀਆਂ। ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਗੱਲ ਕਰੀਏ ਤਾਂ 3 ਸਾਲ ਦਾ, 2.5 ਸਾਲ ਆਪਾਂ ਪੜ੍ਹ ਲਿਆ, ਉਸ ਤੋਂ ਬਾਅਦ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਸ ਯੂਨੀਵਰਸਿਟੀ ਵਿੱਚ ਅਵੇਲੇਬਲ ਹੈਗਾ। ਸੋ ਸਾਰੇ ਲੈਵਲਸ ਜਿਹੜੇ ਹੈਗੇ ਇਹਦੇ 'ਚ ਓਪਨ ਸਕੂਲਿੰਗ ਸਾਰੀ ਚੀਜ਼ਾਂ ਜਿਹੜੇ ਬੋਰਡ ਐਕਸੈਪਟੇਬਲ ਹੈ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਨੈਕ ਵੈਕ ਹੋਏਗਾ ਉਹ ਵੀ ਇਹ 'ਚ ਹੈਗਾ, ਸਾਰਾ ਐਕਸੈਪਟੇਬਲ ਹੈਗਾ। ट्रांसफर क्रेडिट की फैसिलिटी भी अवेलेबल हैगी है। सो एप्लीकेशन फीस पहले यदि $75 होंगी सी, अजकल ये सारी वेव्ड हैगी, कोई एप्लीकेशन फीस नहीं हैगी। मल्टीपल इंटेक है जनवरी, अप्रैल, जुलाई एंड अक्तूबर। तो हुण भी जे आप सितंबर च बैठे तो अक्तूबर इंटेक की हजे भी ऑफर लैटर आप लै सकते हैं, जनवरी की भी ऑफर लैटर आप अपलाई कर सकते हैं। तो ये चार्टर्ड प्रोफैशनल अकाउंटेंट्स जी हैगी उन्होंने वालों भी ये मानता प्राप्त हैगी। सब तो वधिया जिहड़े कोर्स है प्रोवाइड करती है BBA, बैचलर ऑफ बिजनेस एडमिनिस्ट्रेशन एंड बैचलर ऑफ इन इंटीरियर डिजाइनर, दो जिहड़े बहुत वधिया जिहड़ियां डिग्रियां प्रोवाइड करती है। सो दोनों के भी सिंपल जिहा है, एक रिज्यूम चाहिए, एक स्टेटमेंट ऑफ पर्पज चाहिए। अगर आप बैचलर ऑफ इंटीरियर डिजाइन करना चाहते हैं, जे BBA करनी है तो SOP की भी जरूरत नहीं है। सिंपल अपने डॉक्यूमेंट बहुत ज़्यादा रिलैक्सेशन है। 10th का सर्टिफिकेट दो, 12th का सर्टिफिकेट दो, राइट। और जे आप IELTS बुक किया है वो बस इन्फॉर्मेशन दे दो भी असी बुक किया है, जे कर लिया तो बहुत वधिया है। नहीं कर पा रहे, डिलिंगो ना भी अपनी ऑफर लैटर दे रहे हैं, कंडीशनल ऑफर लैटर भी दे रहे हैं भी हाँ असी लेटर ऑन अपना प्रोवाइड कर देंगे। सो इन्नी सारी फैसिलिटियाँ, इन्नी सारी इन्फॉर्मेशन के अकॉर्डिंगली अगर आप देखिए दिस इज द वन ऑफ द बेस्ट ऑप्शन। जे आप डिग्री भी करना चाहते हैं उस जगह पर आप आराम नाल पढ़ना भी चाहते हैं, काम भी करना चाहते हैं। सो देखो सारी चीज़ों का बैलेंस लैके अगर आप चलिए भी यस वर्क करने की अपॉर्चुनिटी भी दे रही है, टाइम भी सानू दे रही है भी वीक के 2 दिन सिर्फ जाना है। उतों का एनवायरनमेंट भी जो बड़ा फ्रेंडली है, सारे टीचर्स वगैरह सारे कंफर्टेबल है। मैं आप खुद उन्होंने भी मिल के आया, उतों के स्टूडेंट्स भी मिल के आए जोड़े स्टूडेंट उत्थे पढ़ रहे हैं। नो डाउट सम पीपल डोंट लाइक इट भी ये यूनिवर्सिटी साढ़े काम की नहीं हैगी, बट अगर आप ओवरऑल देखिए इमीग्रेशन अगर आप लैनी है परमानेंट रेजिडेंसी लेनी है वो एक बहुत बड़ा रोल प्ले कर रही है। बहुत कंफर्टेबली जो बच्चे इतने PR प्राप्त कर रहे हैं। डिग्री हथ च आ गई, डिग्री तो बाद जो जॉब्स भी तो थोड़ी बैटर मिलती है, पॉइंट्स जो बैटर मिलते हैं, वर्क परमिट की अपॉर्चुनिटी भी बैटर मिलती है। ये सारिया चीज़ों को अगर आप देखिए सो मैं इनू इस यूनिवर्सिटी को अगर 10 के विचों 8 पॉइंट दे सकता है। 8 पॉइंट जो बहुत वधिया पॉइंट होंगे है। ऑल दो अगर आप इन्हों की रैंकिंग की गल करिए, रैंकिंग के कितने बहुत ज़्यादा स्टैंड नहीं करती हैगी यूनिवर्सिटी, बट ओवरऑल जी आप क्योंकि रैंकिंग चो भी करना है जिन्ना मर्जी बोझ पा लो, अल्टीमेटली जोड़े है इमीग्रेशन के पॉइंट उन्ने ही मिलने हैं। सो सारिया चीज़ों को 10,000 अगर आप देखिए स्कॉलरशिप पा के अगर देखिए $57,000 $57,000 कैनेडियन डॉलर के डिग्री एक जी प्राप्त कर लेंगे वो भी कैनेडा च। तो नॉर्मली जोड़े है अच्छे कॉलेज है इन्नी तो डिप्लोमे की फीस चार्ज कर लेंगे हैं। सो इन्नी घट टाइम के इन्ने घट पैसों के इन्नी स्कॉलरशिप तो बाद और इन्ना कंफर्टेबली एंड बहुत ज़्यादा माइंड से प्रेशर ना पाते हुए आप इतों डिग्री प्राप्त कर सकते हैं। और PR भी इसे ही जगह पर वैनकूवर या टोरंटो रहते हुए अपनी PR जी आसानी आप प्राप्त कर सकते हैं। तो ये सारा सीगा यॉर्क विले का। अक्तूबर इंटेक आप हजे भी लगा सकते हैं और जनवरी इंटेक दी तो लाइनां लगियां हुई हैं, काफ़ी बच्चे जो बैनीफिट भी लै रहे हैं। सो इस समय जो आप कहने ऑनलाइन जी एजुकेशन भी आप लै सकते हैं। दिस इज द वन ऑफ द बेस्ट ऑप्शन जिथे आप इतों इंडिया भी चाहे आप साल भी पढ़ लिए 6 महीने भी पढ़ लिए अपने लिए एडवांटेज होने वाला है। सो इन्हों की कोई बहुत ज़्यादा औखी भी नहीं पढ़ाई हैगी, ऑनलाइन भी आप आराम नाल कर सकते हैं। सो अगे आप जी दूजी यूनिवर्सिटी आप डिस्कस करांगे वो हैगी कैनेडा वैस्ट। सो नैक्सट जी हैगी है वो आप कैनेडा वैस्ट डिस्कस करांगे।
ਸੈਕੰਡ ਜਿਹੜੀ ਯੂਨੀਵਰਸਿਟੀ ਆਪਾਂ ਡਿਸਕਸ ਕਰਨਾ ਹੀ ਹੈ ਉਹ ਹੈ ਕਿ ਕੈਨੇਡਾ ਵੈਸਟ। ਇਹ ਵੀ ਵੈਨਕੂਵਰ ਦੇ ਵਿੱਚ, ਮਿਡਲ ਆਫ ਵੈਨਕੂਵਰ ਜਿਹੜਾ ਹੈਗਾ ਉੱਥੇ, ਜਿਹਨੂੰ ਬਹੁਤ ਪਪੂਲਰ ਹੈਗਾ, ਉੱਥੇ ਇਹ ਯੂਨੀਵਰਸਿਟੀ ਹੈਗੀ ਹੈ। ਸੋ ਇਹ ਯੂਨੀਵਰਸਿਟੀ ਦੀ ਵੀ ਇੱਕ ਖਾਸੀਅਤ ਹੈਗੀ 5.5 ਬੈਂਡ ਤੇ ਵੀ ਇਹ ਲੈ ਲੈਂਦੀ ਹੈ, ਐਕਸੈਪਟ ਕਰ ਲੈਂਦੀ ਹੈਗੀ ਹੈ। ਜਿਨ੍ਹਾਂ ਬੱਚਿਆਂ ਦੀ ਓਵਰਆਲ ਜਿਹੜੀ ਰਿਕੁਆਇਰਮੈਂਟ ਅਗਰ 6.5 ਹੈਗੀ ਹੈ ਜਾਂ 6 ਓਵਰਆਲ ਵੀ ਹੈਗੇ, 5.5 ਹੈਗੇ ਹੈ, ਸੋ ਉਹਨਾਂ ਨੂੰ ਵੀ ਐਡਮਿਸ਼ਨ ਦੇ ਦਿੰਦੀ ਹੈ। ਆਪਣੇ ਕੋਲ ਬਹੁਤ ਸਾਰੇ ਵੀਜ਼ੇ, ਜਿਹੜੀ ਇੱਕ ਲਿਸਟ ਲੱਗੀ ਹੋਈ ਹੈ ਪੂਰੀ ਤਰ੍ਹਾਂ ਦੀ, ਜਿਹੜੇ ਤੁਸੀਂ ਵੀਜ਼ੇ ਦੇਖ ਸਕਦੇ ਹੋ 5.5 ਇੱਕ ਬੈਂਡ ਦੇ ਵਿੱਚ ਬੱਚਿਆਂ ਦੇ ਹੈਗੇ, ਉਹ ਇਸ ਯੂਨੀਵਰਸਿਟੀ ਨੂੰ ਇੰਜੋਏ ਕਰ ਰਹੇ ਆ। ਸੋ ਸਭ ਤੋਂ ਵਧੀਆ ਪੁਆਇੰਟ ਇਹਦਾ ਹੈਗਾ ਕਿਹੜੇ ਕਿਹੜੇ ਕੋਰਸਸ ਹੈਗੇ, ਕੋਰਸਸ ਬਾਰੇ ਆਪਾਂ ਡਿਸਕਸ ਕਰਦੇ ਹਾਂ। ਪਹਿਲਾ ਕੋਰਸਸ ਹੈ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ। ਸੋ ਜਿਹੜੇ ਬੱਚਿਆਂ ਨੇ ਇੱਥੇ ਗ੍ਰੈਜੂਏਸ਼ਨ ਕਰ ਲਈ ਹੈਗੀ, ਦਿਸ ਇਜ਼ ਦਾ ਓਨਲੀ ਯੂਨੀਵਰਸਿਟੀ ਜਿਹੜੀ 3 ਈਅਰ ਡਿਗਰੀ ਤੋਂ ਬਾਅਦ ਵੀ ਤੁਹਾਨੂੰ ਮਾਸਟਰ ਦਾ ਕੋਰਸ ਦੇ ਰਹੀ ਹੈਗੀ। ਅਦਰਵਾਈਜ਼ ਕੋਈ ਵੀ ਮਾਸਟਰ ਕੋਰਸ ਅਗਰ ਆਪਾਂ ਲੈਣਾ ਹੈਗਾ ਕੈਨੇਡਾ ਦੇ ਵਿੱਚ, ਸੋ ਡਿਗਰੀ ਆਪਣੀ 4 ਈਅਰ ਦੀ ਹੋਣੀ ਚਾਹੀਦੀ ਹੈ। 4 ਈਅਰ ਇੰਡੀਅਨ ਡਿਗਰੀ ਤੋਂ ਬਾਅਦ ਹੀ ਆਪਾਂ ਉੱਥੇ ਕੋਈ ਮਾਸਟਰ ਕੋਰਸ ਆਪਾਂ ਲੈ ਸਕਦੇ ਹਾਂ। ਬਹੁਤ ਸਾਰੇ ਬੱਚੇ ਸਾਡੇ ਕੋਲ ਆਉਂਦੇ ਆ ਜਿਹੜੇ ਗ੍ਰੈਜੂਏਟ ਹੋ ਜਾਂਦੇ ਹਨ, ਉਸ ਤੋਂ ਬਾਅਦ ਕਹਿੰਦੇ ਅਸੀਂ ਮਾਸਟਰ ਜਿਹੜੀ ਕੈਨੇਡਾ ਦੇ ਵਿੱਚ ਕਰਨੀ, ਉਹਨਾਂ ਬੱਚਿਆਂ ਲਈ ਜਾਣਕਾਰੀ ਦੇ ਦਈਏ। ਕੈਨੇਡਾ ਦੇ ਵਿੱਚ ਅਗਰ ਆਪਾਂ ਮਾਸਟਰ ਕੋਰਸ ਕੰਪਲੀਟ ਕਰਨਾ ਹੈ ਤਾਂ ਉਹਦੇ ਲਈ ਆਪਣੇ ਕੋਲ ਡਿਗਰੀ ਜਿਹੜੀ 4 ਈਅਰ ਦੀ ਹੋਣੀ ਚਾਹੀਦੀ, ਲਾਈਕ ਬੀਟੈਕ। ਜਿਸ ਤਰ੍ਹਾਂ ਬੀਟੈਕ 4 ਈਅਰ ਦੀ ਡਿਗਰੀ ਹੈਗੀ ਹੈ, ਇਸ ਤਰ੍ਹਾਂ ਦਾ ਮਾਸਟਰ ਐਮਟੈਕ ਆਪਾਂ ਉੱਥੇ ਕਰ ਸਕਦੇ ਹੈਗੇ, ਰਾਈਟ। ਸੋ ਜਿਹੜੀ ਵੀ ਮਾਸਟਰ ਡਿਗਰੀ ਕਰਨੀ ਉਹਦੇ ਲਈ ਇਕੁਇਵਲੈਂਟ ਟੂ 4 ਈਅਰ ਡਿਗਰੀ ਆਪਣੀ ਇੰਡੀਆ ਦੀ ਚਾਹੀਦੀ ਹੈਗੀ ਹੈ। ਤਾਂ ਦਿਸ ਇਜ਼ ਦਾ ਓਨਲੀ ਯੂਨੀਵਰਸਿਟੀ ਜੋ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਆਪਾਂ ਨੂੰ ਪੇਸ਼ ਕਰਦੀ ਹੈਗੀ ਹੈ 3 ਈਅਰ ਐਜੂਕੇਸ਼ਨ ਤੇ ਵੀ। ਅਗਰ ਬੀਕਾਮ ਤੁਸੀਂ ਕੀਤੀ ਹੋਈ ਹੈ ਤਾਂ 3 ਈਅਰ ਆਰਾਮ ਨਾਲ ਤੁਸੀਂ ਕੰਪਲੀਟ ਕਰਕੇ 3 ਈਅਰ ਦੀ ਡਿਗਰੀ ਤੋਂ ਬਾਅਦ ਵੀ ਯਾਨੀ ਕਿ ਉੱਥੇ MBA 'ਚ ਐਡਮਿਸ਼ਨ ਲੈ ਸਕਦੇ ਹੋ। ਮੀਨਸ 1 ਈਅਰ ਆਪਣਾ ਇਹ 'ਚ ਸੇਵ ਹੁੰਦਾ ਹੈਗਾ। ਸੈਕੰਡ ਅਗਰ ਇਹ ਆਪਸ਼ਨ ਦਿੰਦੀ ਹੈ ਬੈਚਲਰ ਆਫ ਕਾਮਰਸ, ਜਿਹੜੇ ਬੱਚੇ +2 ਹੈਗੇ ਆ ਉਹ ਬੈਚਲਰ ਆਫ ਕਾਮਰਸ ਇੱਥੇ ਜਿਹੜਾ ਬਹੁਤ ਈਜ਼ੀ ਤਰ੍ਹਾਂ ਜੁਆਇਨ ਕਰ ਸਕਦੇ ਹੈਗੇ ਆ, ਆਪਣੀ ਡਿਗਰੀ ਇੱਥੇ ਕੰਪਲੀਟ ਕਰ ਸਕਦੇ ਹੈ। ਬੈਚਲਰ ਆਫ ਆਰਟਸ ਵੀ ਇਹ ਦੇ ਰਹੀ ਹੈਗੀ ਹੈ। ਐਂਡ ਮੋਸਟ ਇੰਪੋਰਟੈਂਟ ਇਹ ਇੱਕ ਵੈਨਕੂਵਰ ਦੀ ਇਕਲੌਤੀ ਯੂਨੀਵਰਸਿਟੀ ਜਿਹੜੀ ਐਸੋਸੀਏਟ ਆਫ ਆਰਟਸ 2 ਸਾਲ ਦਾ ਕੋਰਸ ਵੀ ਦੇ ਰਹੀ। ਬੱਚੇ ਜਦੋਂ ਕਹਿੰਦੇ ਵੀ 2 ਸਾਲ ਦੇ ਕੋਰਸ 'ਚ ਹੀ ਜਾਣਾ, ਡਿਪਲੋਮੇ 'ਚ ਹੀ ਜਾਣਾ ਹੈ, 5.5 ਬੈਂਡ ਵੀ ਹੈਗੇ, ਲੈਣਾ ਵੀ ਵੈਨਕੂਵਰ ਹੈ। ਦਿਸ ਇਜ਼ ਦਾ ਓਨਲੀ ਆਪਸ਼ਨ, ਦਿਸ ਇਜ਼ ਦਾ ਓਨਲੀ ਆਪਸ਼ਨ ਫॉर ਦੋਜ਼ ਕੈਂਡੀਡੇਟ ਜਿਨ੍ਹਾਂ ਦੇ 5.5 ਵੀ ਹੈਗੇ ਹੈ ਐਂਡ ਉਹ ਵੈਨਕੂਵਰ 'ਚ ਜਾਣਾ ਚਾਹੁੰਦੇ ਆ। ਹੋਰ ਆਸ-ਪਾਸ ਕੋਈ ਆਪਸ਼ਨ ਅਵੇਲੇਬਲ ਨਹੀਂ ਹੈ। ਐਸੋਸੀਏਟ ਆਫ ਆਰਟਸ ਦੀ ਜਿਹੜੀ ਆਪਸ਼ਨ ਜਿਹੜੀ ਹੈ ਅਵੇਲੇਬਲ ਹੈਗੀ ਹੈ ਔਰ ਇੱਥੇ ਇਹ ਜਾ ਕੇ ਆਪਣਾ ਕੈਰੀਅਰ ਜਿਹੜਾ ਸਟਾਰਟ ਕਰ ਸਕਦੇ ਆ। ਆਲਦੋ ਇਹਨਾਂ ਜਿਹੜੀਆਂ ਸਟੇਟਸ ਦੇ ਵਿੱਚ ਜਾਂ ਇਹਨਾਂ ਟੈਰੀਟਰੀ ਦੇ ਵਿੱਚ ਆਪਾਂ ਪਹਿਲਾਂ ਵੀ ਰਿਕਮੈਂਡ ਕਰਦੇ ਹਾਂ ਕਿ ਡਿਗਰੀ ਹੈਗੀ ਹੈ, ਜੇ ਤੁਸੀਂ ਲੌਂਗ ਟਰਮ ਰਹਿਣਾ ਹੈ, ਲੌਂਗ ਟਰਮ ਦਾ ਪਲਾਨ ਕਰਕੇ ਚੱਲਦੇ ਹੋ ਵੀ ਅੱਜ ਤਾਂ ਮੈਂ ਨੋ ਡਾਊਟ ਇੱਥੇ ਪੜ੍ਹਾਈ ਕਰ ਲਾਂਗਾ ਬਟ ਪੜ੍ਹਾਈ ਤੋਂ ਬਾਅਦ ਮੈਨੂੰ ਕਿਤੇ ਬਾਅਦ ਮੂਵ ਨਾ ਕਰਨਾ ਪਵੇ, ਤਾਂ ਆਪਾਂ ਇੱਥੇ ਡਿਗਰੀ ਦੀ ਆਪਸ਼ਨ ਲੈ ਸਕਦੇ ਹਾਂ। ਯਾਰਕ ਵਿਲੇ ਜਿਹੜੀ ਹੈਗੀ, ਯਾਰਕ ਵਿਲੇ ਜਿਹਦੀ ਆਪਾਂ ਪਹਿਲਾਂ ਡਿਟੇਲ 'ਚ ਡਿਸਕਸ ਕੀਤੀ, ਉਹਨਾਂ ਦਾ ਵੀ ਇਹਨਾਂ ਦਾ ਇੱਕ ਕੈਂਪਸ ਜਿਹੜਾ ਹੈਗਾ ਵੈਨਕੂਵਰ ਵਿੱਚ ਅਵੇਲੇਬਲ ਹੈਗਾ। ਤਾਂ ਵੈਨਕੂਵਰ ਐਂਡ ਕੈਨੇਡਾ ਵੈਸਟ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਜਿਹੜੀ ਹੈਗੀ, ਇਹਨਾਂ ਤੋਂ ਇੱਕ ਆਪਸ਼ਨ ਲੈਂਦੇ ਹੋਏ ਆਪਾਂ ਕੈਰੀਅਰ ਇੱਥੇ ਹੀ ਸੈਟਲ ਡਾਊਨ ਕਰ ਸਕਦੇ ਹਾਂ, ਇੱਥੇ ਹੀ ਰਹਿ ਸਕਦੇ ਹਾਂ। ਕਿਉਂਕਿ ਆਪਾਂ ਦੇਖੋ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ ਜਾ ਰਹੇ ਹਾਂ, ਉੱਥੇ ਇੱਕ ਜਗ੍ਹਾ ਤੇ ਪੜ੍ਹ ਕੇ ਉਸ ਤੋਂ ਬਾਅਦ ਫਿਰ ਮੂਵ ਹੋਣਾ ਇਟਸ ਨਾਟ ਈਜ਼ੀ ਐਂਡ ਨਾਟ ਇੰਨਾ ਈਜ਼ੀ ਨਹੀਂ ਹੁੰਦਾ ਵੀ ਇੱਕ ਕੰਟਰੀ ਤੋਂ ਉੱਥੋਂ ਆਪਾਂ ਪਹਿਲਾਂ ਸਾਰਾ ਇੱਥੋਂ ਬੋਰੀਆ ਬਿਸਤਰਾ ਚੱਕੀਏ ਫਿਰ ਉੱਥੇ ਜਾ ਕੇ ਸੈਟਲ ਹੋਈਏ, ਦੈਨ ਉੱਥੋਂ ਜਾ ਕੇ ਸੈਟਲ ਹੋਣ ਤੋਂ ਬਾਅਦ ਕਿਤੇ ਫਿਰ ਹੋਰ ਮੂਵ ਹੋਈਏ ਜੌਬ ਲਈ ਐਂਡ PR ਲਈ ਸਾਨੂੰ ਮੂਵ ਕਰਨਾ ਪਵੇ। ਇਟ ਇਜ਼ ਵੈਰੀ ਡਿਫਿਕਲਟ, ਕਿਉਂਕਿ ਜਦੋਂ ਇੱਥੇ ਵੀ ਆਪਣੇ ਤੋਂ ਆਪਣਾ ਕਿਤੇ ਘਰ ਵੀ ਚੇਂਜ ਕਰਦੇ ਦੈਨ ਆਪਾਂ ਨੂੰ ਡਿਫਿਕਲਟੀ ਹੁੰਦੀ। ਉੱਥੇ ਆਫਟਰ 2 ਈਅਰ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਫਿਰ ਸਟੇਟ ਜਿਹੜੀ ਮੂਵ ਕਰਨੀ, ਦੈਨ ਉੱਥੇ ਜਾ ਕੇ ਜੌਬ ਕਰਨਾ ਇਟਸ ਨਾਟ ਈਜ਼ੀ। ਸੋ ਬੈਟਰ ਹੈ ਆਪਾਂ ਪੂਰਾ ਲੌਂਗ ਟਰਮ ਪਲਾਨ ਜਿਹੜਾ ਪਹਿਲਾਂ ਹੀ ਬਣਾ ਕੇ ਚੱਲੀਏ। ਆਪਾਂ ਅਗਰ ਡਿਗਰੀ ਆਪਸ਼ਨ ਦੀ ਲੈਣੇ ਹੈਗੇ ਆ, ਯਾਰਕ ਵਿਲੇ ਦੀ ਲੈਣੇ ਹੈ ਜਾਂ ਯੂਨੀਵਰਸਿਟੀ ਆਫ ਕੈਨੇਡਾ ਵੈਸਟ ਦੀ ਲੈਣੀ ਹੈ, ਦਿਸ ਇਜ਼ ਦਾ ਬੈਸਟ ਆਪਸ਼ਨ ਜਿਹਦੇ ਆਪਾਂ ਆਸਾਨੀ ਨਾਲ ਜਿਹੜੇ ਹੈ ਸੈਟਲ ਡਾਊਨ ਹੋ ਸਕਦੇ ਹੈਗੇ ਆ। ਸੋ ਹੋਰ ਇਨਫੋਰਮੇਸ਼ਨ ਜਿਹੜੀ ਬਾਕੀ ਯੂਨੀਵਰਸਿਟੀ ਜਾਂ ਕਾਲਜਾਂ ਦੀ ਹੈਗੀ ਲੈ ਕੇ ਆਪਾਂ ਹਾਜ਼ਰ ਹੁੰਦੇ ਰਹਾਂਗੇ। ਅੱਗੇ ਲਗਾਤਾਰ ਵੀਡੀਓ ਨਾਲ ਜੁੜੇ ਰਹੋ, ਲਿੰਕ ਨੂੰ ਸ਼ੇਅਰ ਕਰਦੇ ਰਹੋ। ਜਿੰਨੇ ਵੀ ਸਾਡੇ ਹੋਰ ਦੋਸਤ ਮਿੱਤਰ ਹੈਗੇ ਜਿਹੜੇ ਕੈਨੇਡਾ ਜਾ ਕੇ ਸੈਟਲ ਹੋਣਾ ਚਾਹੀਦੇ, ਰਾਈਟ ਇਨਫੋਰਮੇਸ਼ਨ ਲੈਣਾ ਚਾਹੁੰਦੇ, ਉਹਨਾਂ ਲਈ ਇਹ ਇੱਕ ਬੈਲ ਦਾ ਬਟਨ ਵੀ ਔਨ ਕਰ ਲੈਣ ਸੋ ਦੈਟ ਕਿ ਰਾਈਟ ਇਨਫੋਰਮੇਸ਼ਨ ਔਰ ਮਿਲਦੀ ਰਹੇ। ਐਂਡ ਮੋਸਟ ਇੰਪੋਰਟੈਂਟ ਜਿਹੜਾ ਇਹ ਸੀ ਜਿਹੜਾ ਆਪਣਾ ਹੁਣ ਚੱਲੀ ਹੋਈ ਹੈ ਵੀ ਟਿਲ ਦਸੰਬਰ ਤੱਕ ਕੋਵਿਡ ਪੀਰੀਅਡ ਦੇ ਬਾਅਦ ਤੁਹਾਨੂੰ ਜਿਹੜਾ ਬੈਨੀਫਿਟ ਆਪਣੇ ਵੱਲੋਂ ਯੂਨੀਵਰਸਲ ਫਸਟ ਚੋਇਸ ਐਜੂਕੇਸ਼ਨ ਵੱਲ ਜਿਹੜਾ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ ਉਹ ਹੈਗੇ ਜੀ $500 ਕੈਨੇਡੀਅਨ ਪੇ ਬੈਕ। तो तुसी सानू कोई प्रोसैसिंग फीस पे करन दी बजाय सगों असी तुहानू पे बैक करना हैगा। सो नाउ द टाइम हैज़ चेंज। यस तुसी अपना अप्लाई करते हुए कुछ थोड़ी रिलैक्सेशन भी लै सकते हो या 1 मंथ जी अकोमोडेशन असीं तुहानू उत्थे दे सकते हैं ऑन अराइवल एयरपोर्ट पिकअप। वो सारी चीज़ों तो कोई भी चीज़ आपां उस दे टाइम के अकॉर्डिंगली जो तुसी लैंदे हो वो आपां चूज़ कर सकते हैं। सो थैंक यू वेरी मच। होर भी इन्फॉर्मेशन जानने लई जुड़े रहो। थैंक यू वेरी मच।